ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਵਿਚਾਰ ਨਾਲ ਸੰਬੰਧਿਤ ਸੰਗਤ ਵਿੱਚੋਂ ਜਿਹੜੇ ਹੈਂਡ ਰੇਜ਼ ਹੋਏ ਹਨ, ਇੱਕ ਇੱਕ ਕਰਕੇ ਅਸੀਂ ਉਹਨਾਂ ਦੇ ਵਿਚਾਰ ਸੁਣਾਂਗੇ। ਸਭ ਤੋਂ ਪਹਿਲਾਂ ਡੋਲੀ ਸਿੰਘ ਜੀ। हाँ, वाहिगुरू जी खालसा वाहिगुरू जी की फतेह ਵੀਰ ਜੀਓ। ਬਹੁਤ ਮਿਹਰਬਾਨੀ ਜੀ। ਦੋ ਚੀਜ਼ਾਂ ਪੁੱਛਣੀਆਂ ਸੀਗੀਆਂ, ਦੋ ਜਾਂ ਤਿੰਨ ਚੀਜ਼ਾਂ ਜੀ। ਇੱਕ ਤੇ ਜਦੋਂ ਕੋ ਸ਼ਬਦ ਆਇਆ ਸੀਗਾ, ਜਦੋਂ ਤੁਸੀਂ ਕਿਹਾ ਕਿ ਉਹ ਅਲੁਪਿਤ ਹੋ ਗਿਆ ਦੂਜੇ ਦੇ ਵਿੱਚ ਤੇ ਪਹਿਲੇ ਦੇ ਵਿੱਚ, ਪਰ ਉੱਥੇ ਸੰਬੰਧ ਕੀ ਪ੍ਰਗਟ ਸੀਗਾ। ਜਦੋਂ ਕਾਮ ਕ੍ਰੋਧ ਅੰਧਿਆਰ, ਮੈਨੂੰ ਹੁਣ ਸ਼ਬਦ ਸਰੂਪ ਦੇਣਾ ਸਾਹਮਣੇ, ਮੈਂ ਗਲਤ ਨਹੀਂ ਪੜਨਾ ਚਾਹੁੰਦੀ। ਹਾਂਜੀ, ਅੰਧਿਆਰ ਕੋ, ਜਿਸ ਤਰ੍ਹਾਂ ਦੁੱਖ ਦਰਿद्र ਅੰਧਿਆਰ ਕੋ, है ना। हाँ जी, मैं ਤੇ ਉਹ ਦੁੱਖ, ਹਾਂਜੀ, ਉੱਥੇ ਨਾ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ, ਉਸ ਤੋਂ ਉਤਲੀ ਤੱਕ ਹੈਗੀ ਹੈ ਦੁੱਖ ਦਰਿद्र ਅੰਧਿਆਰ ਕੋ ਨਾਸ। ਉੱਥੇ ਔਂਕੜ ਨਹੀਂ ਲੱਗੀ ਹੋਈ, ਕੋ ਨੇ ਔਂਕੜ ਕੱਟ ਦਿੱਤੀ ਹੈ। ਹਾਂਜੀ, ਪਰ ਉਹ ਪ੍ਰਗਟ ਸੀਗਾ, ਤੁਸੀਂ ਅਲੁਪਤ ਕਹਿ ਰਹੇ ਸੀਗੇ, ਇਸ ਕਰਕੇ ਮੈਂ ਪੁੱਛਣ ਲੱਗੀ ਸੀ ਵੀ ਉਹ ਤੇ ਕੋ ਪ੍ਰਗਟ ਹੈ, ਉੱਥੇ ਕੋ ਪ੍ਰਗਟ ਹੈਗਾ। ਹਾਂਜੀ ਹਾਂਜੀ, ਦੋਨੋਂ ਜਗ੍ਹਾ ਤੇ ਹਾਂ ਬਿਲਕੁਲ ਪ੍ਰਗਟ ਹੈਗਾ ਉੱਥੇ। ਤੇ ਦੁੱਖ ਤੇ ਦਰਿद्र ਦੇ ਅੱਗੇ ਜਿਹੜਾ ਉਹ ਲੁਪਤ ਹੈਗਾ, ਕਾਮ ਕ੍ਰੋਧ ਦੇ ਅੱਗੇ ਵੀ ਲੁਪਤ ਹੈ, ਜਮ ਕੋ ਦੇ ਅੱਗੇ ਪ੍ਰਗਟ ਹੈਗਾ। ਅੱਛਾ, ਇੱਕ ਮੈਂ ਤੁਹਾਨੂੰ ਪੁੱਛਣਾ ਸੀਗਾ ਵੀ ਇੱਥੇ ਇਹ ਵੀ ਹੋ ਸਕਦਾ ਵੀ ਦੁੱਖ ਦਰਿद्र ਵਾਲਾ ਅੰਧਿਆਰਾ, ਜਾਂ ਦੁੱਖ ਦਾ ਦਰਿद्र ਦਾ ਤੇ ਹਨੇਰੇ ਦਾ, ਕਿ ਇੱਥੇ ਦੁੱਖ ਦਰਿद्रां ਵਾਲਾ ਜਿਹੜਾ ਹਨੇਰਾ ਸੀਗਾ ਉਹਦਾ ਨਾਸ਼ ਹੋ ਗਿਆ, ਤੇ ਕਾਮ ਕ੍ਰੋਧ ਜਿਹੜੇ ਜਮ ਨੇ ਉਹਨਾਂ ਦਾ ਨਾਸ਼ ਹੋ ਗਿਆ। ਕਿਉਂਕਿ ਤਿੰਨ ਚੀਜ਼ਾਂ ਤੇ ਹੋ ਨਹੀਂ ਸਕਦੀਆਂ ਨਾ, ਜਮ ਕਾਮ ਕ੍ਰੋਧ ਵੀ ਹੈ ਹਨਾ, ਤੇ ਇਸ ਕਰਕੇ ਤਿੰਨ ਚੀਜ਼ਾਂ ਤੇ ਨਹੀਂ ਆਣਗੀਆਂ ਨਾ। ਜਿਹੜਾ ਦੁੱਖ ਤੇ ਗਰੀਬੀ ਦਰਿद्र ਦਾ ਹਨੇਰਾ ਜੋ ਦਲਿਦਰੀ ਹੈ ਨਾ, ਮਤਲਬ ਦੁੱਖ ਤੇ ਦਰਿद्र ਦਾ ਵਿਸ਼ੇਸ਼ਣ ਹੈਗਾ ਅੰਧਿਆਰ, ਹਨੇਰਾ। ਹਾਂਜੀ, ਦੁੱਖ ਦਾ ਹਨੇਰਾ, ਦਰਿद्र ਦਾ ਹਨੇਰਾ, ਭਾਵ ਦੁੱਖ ਰੂਪੀ ਤੇ ਦਰਿद्र ਰੂਪੀ ਹਨੇਰਾ। ਇਹ ਨਹੀਂ ਕਿ ਤੁਸੀਂ ਹਨੇਰੇ ਕਮਰੇ 'ਚ ਬੈਠੇ ਹੋਵੋਗੇ ਤੇ ਪਾਠ ਕਰਨ ਲੱਗ ਜਾਓਗੇ ਵੀ ਲਾਈਟ ਗਈ ਹੋਈ ਹੈ ਤੇ ਆਪਣੇ ਆਪ ਹੀ ਲਾਈਟ ਆ ਜਾਏਗੀ, ਉਹ ਨਹੀਂ। ਇੱਥੇ ਦੁੱਖਾਂ ਦੇ ਹਨੇਰੇ ਦੀ ਗੱਲ ਹੈ, ਦਰਿद्र ਦੇ ਹਨੇਰੇ ਦੀ ਗੱਲ ਹੈ, ਬਾਹਰੀ ਹਨੇਰੇ ਦੀ ਇੱਥੇ ਗੱਲ ਨਹੀਂ ਚੱਲਦੀ ਹੈਗੀ। ਇਸੇ ਤਰ੍ਹਾਂ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ, ਇੱਥੇ ਕਾਮ ਕ੍ਰੋਧ ਜਮ ਮੈਨੇ ਆਤਮਕ ਮੌਤ ਦਾ ਡਰ ਖਤਮ ਹੋ ਗਿਆ। ਇੱਥੇ ਕਾਮ ਕ੍ਰੋਧ ਨੂੰ ਜਮ ਨਹੀਂ ਕਿਹਾ ਗਿਆ, ਜਮ ਵੀ ਇੱਕ ਅਲੱਗ ਚੀਜ਼ ਹੈਗੀ ਹੈ। ਕਾਮ ਦਾ ਡਰ, ਕ੍ਰੋਧ ਦਾ ਡਰ ਤੇ ਆਤਮਕ ਮੌਤ ਦਾ ਡਰ ਹੁਣ ਨਹੀਂ ਰਹਿੰਦਾ ਹੈਗਾ। ਇਤਨੇ ਅਲੱਗ ਅਲੱਗ ਨੇ। ਠੀਕ ਹੈ ਜੀ। ਅੱਛਾ, ਹੁਣ ਅਗਲਾ ਸੀਗਾ ਵੀਰ ਜੀ, ਉਹ ਇੱਥੇ ਜਦੋਂ ਤੁਸੀਂ ਕਿਹਾ ਸੰਤ ਸਹਾਰ ਦਾ ਜਦੋਂ ਔਂਕੜ ਉੜਿਆ, ਤੇ ਅਸੀਂ ਬਹੁ ਵਚਨੀ ਅਰਥ ਕੀਤਾ ਸੀ ਉਹਦੀ, ਸੰਤਾਂ ਦਾ ਸਹਾਰਾ। ਹਾਂਜੀ, ਤੇ ਜਦੋਂ ਅਸੀਂ ਸਾਨੂੰ ਕਿੱਦਾਂ ਪਤਾ ਚੱਲੇਗਾ ਵੀ ਉਹੀਓ ਇੱਥੇ ਸੋਈ ਤੇ ਆ ਗਿਆ ਗੁਰੂ ਰਾਮਦਾਸ ਵਾਸਤੇ, ਠੀਕ ਹੈ ਨਾ, ਕਿਉਂਕਿ ਇੱਕ ਵਚਨ ਇੱਥੇ ਨਹੀਂ ਆਇਆ ਸੋਈ ਸੰਤ, ਮਤਲਬ ਗੁਰੂ ਨੂੰ ਸੰਤ ਨਹੀਂ ਕਿਹਾ ਸੀ, ਅਸੀਂ ਕਿਹਾ ਸੋਈ ਗੁਰੂ ਅਮਰਦਾਸ ਹੈ ਨਾ, ਉਹੀਓ ਸੰਤਾਂ ਦਾ ਸਹਾਰਾ ਗੁਰੂ ਅਮਰਦਾਸ ਹੈ। ਤੇ ਅਸੀਂ ਇੱਥੇ ਸੰਤਾਂ ਦਾ ਜਦੋਂ ਆਏ ਤੇ ਸੰਤ ਦਾ ਆਏ, ਸਾਨੂੰ ਕਿੱਦਾਂ ਭਾਵ ਪਤਾ ਚੱਲੇਗਾ ਜਦੋਂ ਅਲੁਪਤ ਹੋਏਗਾ। ਜਿੱਦਾਂ ਸਹਾਰ ਹੈਗਾ ਸਾਡਾ ਆਸਰਾ ਇੱਕ ਵਾਸਤੇ ਹੈ ਨਾ, ਆਧਾਰ ਇੱਕ ਟੇਕ ਹੈ ਨਾ। ਤੇ ਦੇਖੋ ਸੰਤ ਜਿਹੜਾ ਨਾ, ਜਿੱਥੇ ਇੱਕ ਸੰਤ ਦੀ ਗੱਲ ਨਾ, ਸੰਤ ਦਾ ਸਹਾਰਾ, ਫਿਰ ਉਸ ਤੁਕ ਵਿੱਚ ਉਸ ਸੰਤ ਦਾ ਜ਼ਿਕਰ ਆ ਜਾਣਾ ਸੀ ਵੀ ਇਹਦੀ ਗੱਲ ਚੱਲ ਰਹੀ ਹੈ ਵੀ ਫਲਾਣੇ ਸੰਤ ਦੀ, ਵੀ ਉਹਦਾ ਸਹਾਰਾ ਗੁਰੂ ਰਾਮਦਾਸ ਪਾਤਸ਼ਾਹ, ਫਿਰ ਇੱਕ ਸੰਤ ਦਾ ਬਣ ਜਾਣਾ ਸੀ। ਪਰ ਇੱਥੇ ਕੋਈ ਪਰਟੀਕੁਲਰ ਵਿਸ਼ੇਸ਼ ਨਾਮ ਨਹੀਂ ਆਇਆ ਕਿਸੇ ਦਾ ਵੀ ਉਸ ਸੰਤ ਦੀ ਇੱਥੇ ਗੱਲ ਚੱਲ ਰਹੀ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਫਿਰ ਉਸ ਸੰਤ ਦਾ ਸਹਾਰਾ ਬਣ ਗਏ। ਜਦੋਂ ਪਰਟੀਕੁਲਰ ਸੰਤ ਦੀ ਕੋਈ ਗੱਲ ਨਹੀਂ ਆਈ, ਇਹਦਾ ਮਤਲਬ ਨੈਚੁਰਲੀ ਬਹੁਵਚਨ ਦੀ ਗੱਲ ਚੱਲ ਰਹੀ, ਸੰਤਾਂ ਦਾ ਸਹਾਰਾ, ਭਾਵ ਇੱਕ ਅੱਧੇ ਦਾ ਨਹੀਂ, ਸਾਰਿਆਂ ਹੀ ਸੰਤਾਂ ਦਾ ਸਹਾਰਾ ਜਿਹੜਾ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਹਨ। ਅੱਛਾ, ਇੱਥੇ ਜਿਸ ਤਰ੍ਹਾਂ ਹੁਣ ਸਾਡਾ ਆ ਗਿਆ ਇਹ ਵਾਲਾ ਆਗਰ ਤੇ ਮਲਿਆ ਤੋਂ ਬਣਿਆ ਸੀਗਾ ਲਫ਼ਜ਼, ਐਸੇ ਹੀ ਦੂਜੇ ਦੇ ਵਿੱਚ, ਤੇ ਜਦੋਂ ਸਾਡਾ ਇਹ ਸੰਧੀ ਵਰਡ ਆ ਗਿਆ, ਤੇ ਇਹ ਸੰਧੀ ਅੱਖਰ ਦੇ ਵਿੱਚ ਜਦੋਂ ਅਸੀਂ ਕਰਨਾ ਹੈ ਤੇ ਅਸੀਂ ਆਗਰ ਨੂੰ ਪੂਰਾ ਉਜਾਗਰ ਕਰਕੇ ਪੜਾਂਗੇ, ਜਿਸ ਤਰ੍ਹਾਂ ਮਲਿਆਗਰ ਕੇ ਮਲਿਆਗਰ ਮਤਲਬ ਮਲੈ ਵਾਲਾ ਮਲਿਆ। ਇਹ ਨਾ ਸੰਸਕ੍ਰਿਤ ਦਾ ਰੂਲ ਹੈਗਾ ਐਕਚੁਅਲੀ, ਇਹਨੂੰ ਕਹਿੰਦੇ ਸਮਾਸ ਸ਼ਬਦ। ਸੰਸਕ੍ਰਿਤ ਜਦੋਂ ਦੋ ਸ਼ਬਦ ਆਪਸ ਚ ਮਿਲਦੇ ਨੇ ਨਾ, ਤੇ ਜਿੱਥੇ ਸੰਧੀ ਹੁੰਦੀ, ਜੋੜ ਲੱਗਦਾ ਨਾ, ਟਾਂਕਾ ਲੱਗਦਾ ਦੋ ਸ਼ਬਦਾਂ ਦਾ, ਉੱਥੇ ਵੱਡੀ ਮਾਤਰਾ ਬਣ ਜਾਂਦੀ ਹੈ। ਮਲਿਆ ਜਿਹੜਾ ਉਹ ਛੋਟੀ ਮਾਤਰਾ ਹੈ, ਅਗਰ ਵੀ ਜਿਹੜਾ ਛੋਟੀ ਮਾਤਰਾ ਹੈ, ਅਗਰ ਕਹਿੰਦੇ ਨੇ ਚੰਦਨ ਨੂੰ, ਮਲਿਆ ਪਹਾੜ ਅਗਰ ਚੰਦਨ, ਜਦੋਂ ਮਲਿਅਤ ਅਗਰ ਜੁੜਿਆ ਨਾ, ਉਹ ਬਣ ਗਿਆ ਆ ਵੱਡੀ ਮਾਤਰਾ, ਮਲਿਆਗਰ। ਫੋਰ ਐਗਜ਼ਾਮਪਲ, ਸ਼ਬਦ ਦੱਦਾ ਮੁਕਤਾ ਹੈਗਾ, ਅਰਥ ਐੜਾ ਮੁਕਤਾ ਹੈਗਾ, ਪਰ ਜਦੋਂ ਸ਼ਬਦ ਤੇ ਅਰਥ ਜੁੜੇਗਾ ਨਾ ਤੇ ਉਹ ਕੰਨਾ ਬਣ ਜਾਏਗਾ ਸ਼ਬਦਾਰਥ।
ਸ਼ਬਦਾਰਥ ਬਣ ਜਾਏਗਾ, ਸ਼ਬਦ ਦਾ ਠੀਕ ਦੱਦੇ ਨੂੰ ਕੰਨਾ ਬਣ ਜਾਏਗਾ ਸ਼ਬਦਾਰਥ, ਐੜਾ ਤੇ ਦੱਦਾ ਇੱਕ ਵਿਚਕਾਰ ਵੱਡੀ ਮਾਤਰਾ ਬਣ ਜਾਏਗੀ ਸ਼ਬਦਾਰਥ। ਇਹ ਸੰਸਕ੍ਰਿਤ ਦਾ ਨਿਯਮ ਹੈਗਾ, ਜਦੋਂ ਦੋ ਸ਼ਬਦ ਆਪਸ ਚ ਜੁੜਦੇ ਨੇ, ਜਿੱਥੇ ਜੋੜ ਲੱਗਦਾ ਹੈ ਉੱਥੇ ਮਾਤਰਾ ਵੱਡੀ ਹੋ ਜਾਂਦੀ ਆਟੋਮੈਟਿਕਲੀ। ਇਸੇ ਤਰ੍ਹਾਂ ਮੱਲਿਆ ਤੇ ਅਗਰ ਇਹ ਬਣ ਗਿਆ ਮਲਿਆਗਰ। ਠੀਕ ਹੈ ਜੀ। ਹਾਂਜੀ, ਹੁਣ ਦੋ ਸਵਾਲ ਤੀਜੇ ਵਿੱਚੋਂ ਜੀ। ਇੱਕ ਤੇ ਜਿੱਥੇ ਆ ਗਿਆ ਕੀਨੀ ਭਗਤ ਪ੍ਰੇਮ, ਇੱਥੇ ਪ੍ਰੇਮ ਪ੍ਰੇਮਾ ਭਗਤੀ ਆ ਗਈ ਕਿ ਤੁਸੀਂ ਕਿਹਾ ਪ੍ਰੇਮ ਵਿੱਚ ਲਿਵ ਲਾਈ, ਸੋ ਇਹਦੇ ਵਿੱਚ ਪ੍ਰੇਮਾ ਭਗਤੀ ਵਾਸਤੇ ਨਹੀਂ ਆਏਗਾ ਕਿਉਂਕਿ ਉਹ ਪ੍ਰੇਮਾ ਭਗਤੀ ਨਹੀਂ। ਅੱਛਾ, ਇੱਥੇ ਕੀਨੀ ਭਗਤ ਮੈਨੇ ਭਗਤੀ ਕੀਤੀ, ਕਿਹੜੀ ਕੀਤੀ ਉਹ ਅੱਗੇ ਦੱਸ ਦਿੱਤਾ ਵੀ ਉਹ ਰਟਨ ਨਹੀਂ ਕੀਤਾ ਹੈਗਾ, ਉਹਨਾਂ ਦੇ ਅੰਦਰ ਪ੍ਰੇਮ ਪ੍ਰਗਟ ਹੋ ਗਿਆ, ਪ੍ਰਭੂ ਦੇ ਨਾਲ ਪ੍ਰੇਮ ਪਾਇਆ ਉਹਨਾਂ ਨੇ, ਰੱਬ ਨਾਲ ਪ੍ਰੇਮ ਕਰਨਾ ਹੀ ਪ੍ਰੇਮ ਵਿੱਚ ਭਗਤੀ ਕੀਤੀ, ਲਿਵ ਲਾ ਕੇ। ਹਾਂਜੀ, ਪ੍ਰੇਮ ਲਿਵ ਲਾਈ ਮੈਨੇ ਪ੍ਰੇਮ ਦੇ ਵਿੱਚ ਲਿਵ ਜੋੜ ਲਈ। ਠੀਕ ਹੈ ਜੀ। ਅੱਛਾ, ਹੁਣ ਤੁਸੀਂ ਦੱਸਿਆ ਵੀ ਇੱਥੇ ਇਹਨੂੰ ਪੜ੍ਹਨਾ ਸੁਰਤ ਕੀ ਨੀ ਵਰਖਾਈ, ਤੁਸੀਂ ਇਹਨੂੰ ਕੀਤਾ ਨੀ ਮਤਲਬ ਮੀ ਵਰਖਾਉਣ ਵਾਸਤੇ ਤੁਸੀਂ ਕੀਤਾ, ਪਰ ਇੱਥੇ ਜੇ ਅਸੀਂ ਦੇਖੀਏ ਵੀ ਤਾਤੇ ਅੰਗਦ ਅੰਗ ਸੰਗ ਭਇਓ, ਕਿਹੜੇ ਸਾਇਰ ਵਿੱਚ? ਤਿੰਨ, ਜਿਸ ਸਾਇਰ ਨੇ, ਉਸ ਗੁਰੂ ਨਾਨਕ ਨੇ ਜਿਨਨੇ ਸ਼ਬਦ ਸੁਰਤ ਦੀ ਨੀਂਵ ਰਖਾਈ ਸੀ। तो अगर इस तरह भाव नहीं निकल सकता है जिन्ना मतलब कि उत्ते तीन भी आ गया ना, भी केड़े विच होया अंगद किदे नाल अंग संग होया, भी उस सायर उस गुरु नानक नाल जिसने शब्द सुरत दी नींव रखाई सी। हाँ जी, इत्थे जिहड़ा ताते शब्द है ना, ताते गुरु नानक पातशाह वास्ते है, इस करके नैचुरली अगला तीन शब्द ते गुरु अंगद दे पातशाह वास्ते आ जाएगा ना। ताते मैंने उस गुरु नानक तो की होया, उस गुरु नानक तो की होया ताते अंगद अंग संग पिओ सायर, गुरु अंगद दे पातशाह समुंदर हो गए उन्हां दे नाल अंग संग होके। तीन, फिर अगों गुरु अंगद दे पातशाह ने शब्द सुरत कीनी वरखाई। पहली तुक च गुरु नानक साहब दा जिक्र है, दूजी तुक च गुरु अंगद दे पातशाह दा जिक्र है, तीजी तुक च गुरु अमरदास पातशाह दा जिक्र है, चौथी तुक विच गुरु रामदास पातशाह दा जिक्र है। ठीक है, जो कुछ उन्होंने ठीक है। सो वो तीन तुसी कह रहे हो भी वो गुरु अंगद देव जी वास्ते आ गया, वो गुरु अंगद देव पातशाह वाले। हाँ जी, क्योंकि ताते मैंने उस गुरु नानक तो तीन इस गुरु अंगद देव पातशाह जी ने, जे ताते ना होंदा फिर ਅਸੀਂ सोच सकते सी, पर ताते शब्द का मतलब ये कि ताते मैंने उस गुरु नानक तो तीन गुरु अंगद देव पातशाह जी ने। ठीक है, ठीक है जी, मेहरबानी जी, बहुत बहुत। नेक्स्ट डॉक्टर सुरेंद्र सिंह जी। दोबारा करना जी जरा। खालसा जी फतेह। मेरा एक क्वेश्चन है जी, पहले ही जड़ी अपना हैगा सी सोईया जिथे मुड़ संत चरण मुड़ लग गए, इत्थे मुड़ दा की मतलब है जी? ते दूसरा क्वेश्चन है मेरा जी, जिहड़े तुसी हमेशा कहंदे जी आत्मक मौत दा डर मुक गया, आत्मक मौत दा डर ते मुकना ही नहीं चाहिए। जे मैनू आत्मक मौत दा डर पै जाए मैं तो गुरु साहब के चरना नाल लग के बैठा रहांगा हमेशा। इत्थे आत्मक मौत है कि दूजी मौत दा डर है, फिजिकल मौत दा डर? हाँ जी, एक मिनट पहले मैं मुड़ देख लवां किथे तुसी कह रहे हो, मैं मुड़ लभ रहा हूं। पहले सोइए जी, पहले सोइए। अच्छा, पहले सोइए च पहले सोइए च हां, कब कीर्त जो संत चरण मुड़ लग गए, ਜਿਹੜੇ ਸੰਤ ਦੇ ਚਰਨਾਂ ਚ ਮੁੜ ਕੇ ਲੱਗ ਜਾਂਦੇ ਨੇ, ਪਰਤ ਕੇ ਫਿਰ ਲੱਗ ਜਾਂਦੇ ਨੇ, ਭਾਵ ਜਿਹੜੇ ਕਦੀ ਵਿਛੜੇ ਹੋਣਗੇ ਜਾਂ ਜਿਹੜੇ ਕਦੀ ਆਏ ਨਹੀਂ ਹੋਣਗੇ, ਮੁੜ ਲੱਗ ਗਏ। ਅਸਲ ਚ ਸਾਡੇ ਪੰਜਾਬੀ ਦੇ ਵਿੱਚ ਇੱਕ ਸ਼ਬਦ ਆਉਂਦਾ ਵੀ ਜੇ ਤੂੰ ਮੁੜ ਲੱਗ ਜਾਏ ਨਾ, ਜੇ ਭਾਵ ਪਰਤ ਕੇ ਲੱਗ ਜਾਏ ਵਾਪਸ ਪ੍ਰਭੂ ਦੇ ਨਾਲ, ਇੱਥੇ ਮੁੜ ਲੱਗ ਗਏ ਨਾ, ਉਹੀ ਭਾਵ ਆਏਗਾ ਮੁੜ ਕੇ। ਮੁੜ ਜਿਹੜਾ ਇਹ ਪੂਰਵ-ਪੂਰਨ-ਕਾਰ ਦੰਤਕ ਸ਼ਬਦ ਹੈਗਾ, ਜਦੋਂ ਦੋ ਕਿਰਿਆਵਾਂ ਇਕੱਠੀਆਂ ਹੋ ਜਾਂਦੀਆਂ ਨੇ ਇੱਕ ਤੁਕ ਦੇ ਵਿੱਚ, ਜਿਹੜੀ ਪਹਿਲੀ ਕਿਰਿਆ ਪਹਿਲਾਂ ਕਰਨੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪੂਰਵ-ਪੂਰਨ-ਕਾਰ ਦੰਤਕ, ਤੇ ਅੱਗੇ ਫਿਰ ਉਹਦੇ ਕੇ ਲਫ਼ਜ਼ ਗੁਰਬਾਣੀ ਚ ਆਂਦਾ ਨਹੀਂਗਾ, ਉਹ ਫਿਰ ਸਿਆਰੀ ਨਾਲ ਪ੍ਰੈਜ਼ੈਂਟ ਹੁੰਦਾ, ਜਿਵੇਂ ਸੁਣ ਵੱਡਾ ਆਖੈ ਸਭ ਕੋਈ, ਸੁਣਨਾ ਤੇ ਆਖਣਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨੂੰ ਕੀਤਾ ਹੈ ਕਿ ਜਗਤ ਵੱਲੋਂ ਮੁੜ ਕੇ। ਹਾਂ, ਹੋਏ ਉਹੀ ਹੋ ਗਿਆ ਨਾ, ਪੂਰਨ ਕਰ ਦੰਤ ਹੋ ਗਿਆ। ਏਦਾਂ ਵੀ ਹੋ ਸਕਦਾ ਹੈ ਵੀ ਜਗਤ ਵੱਲੋਂ, ਦੁਨੀਆ ਵੱਲੋਂ ਮੁੜ ਕੇ ਜਿਹੜੇ ਉਹ ਲੱਗ ਜਾਂਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ। ਠੀਕ ਹੈ, ਅਰਥ ਬਹੁਤ ਵਧੀਆ ਨੇ। ਪੂਰਨ ਕਰ ਦੰਤਕ ਹੈ ਕਿਰਿਆ ਲਈ, ਮੁੜ ਕੇ ਮੈਨੇ ਪਰਤ ਕੇ ਸੰਸਾਰ ਵੱਲੋਂ ਉਲਟ ਕੇ ਮਾਨੋ ਗੁਰੂ ਦੇ ਚਰਨਾਂ ਨਾਲ ਜਿਹੜੇ ਜੁੜ ਜਾਂਦੇ ਨੇ। ਦੂਜੀ ਗੱਲ, ਜਿਹੜੀ ਆਤਮਕ ਮੌਤ ਵਿਆਪਦੀ ਨਹੀਂ, ਆਤਮਕ ਮੌਤ ਕਹਿ ਲਓ, ਗੁਰਬਾਣੀ ਚ ਆਤਮਾ ਸ਼ਬਦ ਲਗਭਗ 12 ਅਰਥਾਂ ਦੇ ਵਿੱਚ 12 ਵਾਰੀ ਆਇਆ ਹੈ, ਜਿਹੜਾ ਬਹੁਤ ਸਾਰੇ ਅਰਥਾਂ ਵਿੱਚ ਆਇਆ।
ਪਰ ਇੱਕ ਵੀ ਐਸਾ ਆਤਮਾ ਸ਼ਬਦ ਨਹੀਂ ਜਿਹੜਾ ਸਰੀਰ ਵਿੱਚੋਂ ਆਤਮਾ ਨਿਕਲ ਕੇ ਦੂਜੇ ਸਰੀਰ 'ਚ ਵੜ ਜਾਏਗੀ, ਉਸ ਸੰਬੰਧੀ ਕੋਈ ਨਹੀਂ ਆਇਆ। ਆਤਮਾ ਸ਼ਬਦ ਜਿਹੜਾ ਹੈ ਉਹ ਜੀਵਨ ਵਾਸਤੇ ਵੀ ਆਇਆ, ਆਤਮਾ ਸ਼ਬਦ ਰੱਬ ਵਾਸਤੇ ਵੀ ਆਇਆ, ਆਤਮਾ ਸ਼ਬਦ ਜਿਹੜਾ ਹੈ ਉਹ ਮਨ ਵਾਸਤੇ ਵੀ ਆਇਆ, ਤੇ ਆਤਮਾ ਸ਼ਬਦ ਜਿਹੜਾ ਹੈ ਜੀਵ ਦੇ ਵਾਸਤੇ ਵੀ ਆਇਆ। ਆਤਮਿਕ ਮੌਤ ਦਾ ਇੱਥੇ ਭਾਵ, ਆਤਮਾ ਦਾ ਭਾਵ ਜੀਵਨ, ਆਤਮਾ ਦਾ ਭਾਵ ਜ਼ਮੀਰ, ਜ਼ਮੀਰ ਦਾ ਮਰ ਜਾਣਾ ਆਤਮਿਕ ਮੌਤ ਹੈ। ਭਾਵ ਜੇ ਮੈਂ ਸੱਚ ਬੋਲਦਾ ਮੈਂ ਜੀਵ ਪਿਆ, ਜਦੋਂ ਮੈਂ ਝੂਠ ਬੋਲਦਾ ਮੈਂ ਆਤਮਿਕ ਤੌਰ ਤੇ ਮਰ ਗਿਆ, ਮੇਰੀ ਜ਼ਮੀਰ ਮਰ ਗਈ। ਮੈਂ ਹੱਕ ਦੀ ਕਮਾਈ ਕਰ ਲੈ ਕੇ ਆਇਆ, ਮੈਂ ਜੀ ਉਠਿਆ। ਜਦੋਂ ਕਿਸੇ ਗਰੀਬ ਦਾ ਹੱਕ ਕਰ ਲੈ ਕੇ ਆਇਆ ਤੇ ਉਦੋਂ ਮੇਰੇ ਅੰਦਰੋਂ ਕੁਝ ਮਰ ਗਿਆ। ਮੈਂ ਸਿਫਤ ਕੀਤੀ, ਮੈਂ ਜੀ ਉਠਿਆ। ਜਦੋਂ ਕਿਸੇ ਨੂੰ ਮਾੜਾ ਕਿਹਾ, ਨਿੰਦਿਆ ਕੀਤੀ, ਮੇਰੇ ਅੰਦਰੋਂ ਮੌਤ ਹੋ ਗਈ, ਮੈਂ ਮਰ ਗਿਆ। ਮੇਰਾ ਆਪਣਾ ਆਪਾ ਮਰ ਗਿਆ, ਮੈਂ ਉਹ ਨਹੀਂ ਰਿਹਾ, ਮੈਂ ਇਨਸਾਨ ਨਹੀਂ ਰਿਹਾ, ਮੈਂ ਪਸ਼ੂ ਬਣ ਗਿਆ। ਆਤਮਿਕ ਮੌਤ ਨਹੀਂ ਵਿਆਪਦੀ ਦਾ ਭਾਵ ਹੁਣ ਮੈਂ ਝੂਠ ਨਹੀਂ ਬੋਲਦਾ, ਜ਼ਮੀਰ ਮਰਦੀ ਨਹੀਂ ਮੇਰੀ। ਹੁਣ ਮੈਂ ਨਿੰਦਿਆ ਨਹੀਂ ਕਰਦਾ, ਮੇਰੀ ਜ਼ਮੀਰ ਮਰਦੀ ਨਹੀਂ। ਕਿਸੇ ਗਰੀਬ ਦਾ ਹੱਕ ਨਹੀਂ ਮਾਰਦਾ, ਮੇਰਾ ਅੰਦਰ ਕੁਝ ਮਰਦਾ ਨਹੀਂ। ਇਸੇ ਨੂੰ ਗੁਰਬਾਣੀ ਨੇ ਕਿਹਾ ਹੈਗਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਜਦੋਂ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਲਈਦਾ ਹੈ, ਗੁਣ ਲੈ ਲਈਦੇ ਨੇ ਰੱਬੀ ਗੁਣ, ਮੁੜ ਕੇ ਕਦੀ ਸਾਨੂੰ ਵਿਕਾਰਾਂ 'ਚ ਮਰਨ ਹੀ ਨਹੀਂ ਦਿੰਦੇ। ਅਸੀਂ ਸਦਾ ਹੀ ਜਿਉਂਦੇ ਰਹਿੰਦੇ ਆ, ਕਿਉਂਕਿ ਰੱਬ ਚੇਤੇ ਆ ਜਾਏ, ਜਿਉਂ ਪਏ ਰੱਬ ਭੁੱਲ ਗਿਆ, ਅਸੀਂ ਮਰ ਗਏ, ਆਖਾਂ ਜੀਵਾਂ ਵਿਸਰਿਆ ਮਰ ਜਾਉ। ਪਰ ਹੁਣ ਮੈਂ ਮਰਦਾ ਨਹੀਂ ਆ, ਮੇਰੇ ਆਤਮਿਕ ਮੌਤ ਦੇ ਡਰ ਮੁੱਕ ਗਏ, ਭਾਵ ਗੁਰੂ ਨੇ ਅਮਰ ਕਰ ਦਿੱਤਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਨ ਅਨੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੈ ਨਾ ਵਿਆਪੈ ਚਿੰਤਾ। ਹੁਣ ਚਿੰਤਾ ਹੀ ਨਹੀਂ ਹੈ ਮੌਤ ਦੀ। ਸਰੀਰਕ ਮੌਤ ਤੇ ਹਰ ਇੱਕ ਨੂੰ ਆਉਣੀ ਆਉਣੀ ਹੈ, ਪਰ ਇੱਥੇ ਜ਼ਮੀਰ ਦਾ ਮਰ ਜਾਣਾ ਆਤਮਿਕ ਮੌਤ ਮੰਨਿਆ ਗਿਆ ਹੈਗਾ। ਭਾਵ ਹੁਣ ਮੇਰੀ ਕਦੀ ਜ਼ਮੀਰ ਮਰ ਨਹੀਂ ਸਕਦੀ, ਮੈਂ ਅਮਰ ਹੋ ਗਿਆ। ਗੁਰੂ ਨੇ ਮੈਨੂੰ ਇਹੋ ਜਿਹਾ ਪੱਕਾ ਜੀਵਨ ਦੇ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਸਤਿਗੁਰੂ ਕਾ ਜਨਮੈ ਗਵਨ ਮਿਟਾਇਆ। ਜਿੱਦਣ ਦਾ ਗੁਰੂ ਦੇ ਘਰ ਮੇਰਾ ਜਨਮ ਹੋਇਆ, ਮੇਰੇ ਪਸ਼ੂਆਂ ਵਾਲੇ ਆਵਾਗਮਨ ਮੁੱਕ ਗਏ, ਮੇਰੀਆਂ ਆ ਬਿਰਤੀਆਂ ਪਸ਼ੂਆਂ ਵਾਲੀਆਂ ਖਤਮ ਹੋ ਗਈਆਂ। ਹੁਣ ਮੈਂ ਸੱਚਮੁੱਚ ਮਨੁੱਖਾਂ ਦੇ ਰੂਪ 'ਚ ਜੀ ਰਿਹਾ ਹੈਗਾ। ਇਹ ਮੇਰਾ ਜੀਵਨ ਹੈਗਾ ਵੈ, ਜਿਹੜਾ ਕਦੀ ਮੌਤ ਨਹੀਂ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਰੀਰ ਨੇ ਤੇ ਮਰ ਜਾਣਾ ਵੈ, ਪਰ ਇਹ ਮੌਤ ਹੁਣ ਕਦੀ ਨਹੀਂ ਹੋਏਗੀ। ਮੈਂ ਆਤਮਿਕ ਮੌਤ ਤੋਂ ਬਚ ਗਿਆ। ਇਹਦਾ ਮਤਲਬ ਸਿਰਫ ਇੰਨਾ ਹੈਗਾ। ਧੰਨਵਾਦ ਜੀ। ਮਿਹਰਬਾਨੀ ਜੀ। ਕੁਝ ਹੋਰ? ਹਾਂਜੀ, ਨੈਕਸਟ ਜੀ ਗੁਰਚਰਨ ਕੌਰ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੀਰ ਜੀ। ਮੇਰਾ ਕੁਐਸਚਨ ਸੀ, ਬਹੁਤ ਕਿਤਾਬਾਂ ਵਿੱਚ ਲਿਖ ਦਿੰਦੇ ਨੇ ਕਿ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਲਿਪੀ 35 ਅੱਖਰੀ ਲਿਖੀ ਤੇ ਸਿਖਾਈ, ਪਰ ਪੰਜਾਬੀ ਤੇ ਬਹੁਤ ਦੇਰ ਤੋਂ ਸੀ। ਕਈ ਆਪਣੀ ਪੱਟੀ ਵਗੈਰਾ ਦਾ ਵੀ ਨਾ ਐਗਜ਼ਾਮਪਲਸ ਦੇਖ ਕੇ ਕਹਿੰਦੇ ਨੇ ਕਿ ਦੇਖੋ ਗੁਰੂ ਅੰਗਦ ਜੀ ਦੇ ਵੇਲੇ ਉਹ ਸਾਰੇ ਅੱਖਰ ਨਹੀਂ ਸੀ ਹੈਗੇ, ਤੇ ਇਸ ਤਰ੍ਹਾਂ ਤੇ ਕੁਝ ਮਿਲਦਾ ਹੈ ਹਿਸਟਰੀ ਵਿੱਚ ਕਿ 35 ਅੱਖਰ ਦੀ ਲਿਪੀ ਗੁਰੂ ਅੰਗਦ ਦੇਵ ਜੀ ਨੇ ਕੀਤੀ, ਉਸ ਤੋਂ ਪਹਿਲੇ ਨਹੀਂ ਸੀ, ਉਹਨੇ ਵੀ ਅੱਖਰ ਨਹੀਂ ਸੀ। ਕਿਵੇਂ ਪਤਾ ਲੱਗੇ? ਗੁਰੂ ਨਾਨਕ ਪਾਤਸ਼ਾਹ ਜੀ ਨੇ ਪੱਟੀ ਲਿਖੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੱਟੀ ਲਿਖੀ। ਗੁਰੂ ਨਾਨਕ ਪਾਤਸ਼ਾਹ ਦੇ ਤੁਸੀਂ ਅੱਖਰ ਗਿਣ ਕੇ ਦੇਖ ਲਓ, 35 ਅੱਖਰ ਪੂਰੇ ਨੇ। ਇਹਦਾ ਮਤਲਬ ਲਿਪੀ ਪਹਿਲਾਂ ਸੀਗੀ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕੀ ਕੀਤਾ, ਉਹ ਜਿਹੜੀ ਲਿਪੀ ਸੀ ਨਾ 35 ਅੱਖਰ ਵਾਲੀ, ਉਹ ਸੰਸਕ੍ਰਿਤ ਬੇਸ ਸੀਗੀ। ਸੱਸੇ ਤੋਂ ਸ਼ੁਰੂ ਹੁੰਦੀ ਸੀਗੀ, ਸੱਸੈ ਸੋਏ ਸਿਸ ਸਾਜੀ, ਕਿਉਂਕਿ ਸੰਸਕ੍ਰਿਤ ਏਦਾਂ ਹੀ ਸ਼ੁਰੂ ਹੁੰਦੀ ਹੈ। ਉਹ ਸੰਸਕ੍ਰਿਤ ਬੇਸ ਉੱਪਰ ਬਣੀ ਸੀ ਲਿਪੀ, ਜਿਹੜੀ ਪੰਜਾਬੀ ਦੀ ਸੀ। 35 ਅੱਖਰ ਸੀ ਜਿਹੜੇ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕੀ ਕੀਤਾ, ਉਹਨਾਂ ਨੂੰ ਵਰਗਾਂ 'ਚ ਵੰਡ ਦਿੱਤਾ। ਜਿਹੜੇ ਤਾਲੂ ਨਾਲ ਛੁੰਦੇ ਸੀਗੇ ਉਹ 5 ਅੱਖਰ ਵੱਖਰੇ ਕਰ ਦਿੱਤੇ, ਜਿਹੜੇ ਬੁੱਲ ਨਾਲ ਛੁੰਦੇ ਸੀ ਉਹ 5 ਅੱਖਰ ਵੱਖਰੇ ਕਰਤੇ, ਜਿਹੜੇ ਦੰਦ ਨੂੰ ਜੀਭ ਛੁੰਦੀ ਸੀ ਉਹ 5 ਅੱਖਰ ਵੱਖਰੇ ਕਰਤੇ, ਜਿਹੜੇ ਤਾਲੂ ਨਾਲ ਜੀਭ ਛੁੰਦੀ ਸੀ ਉਹ 5 ਅੱਖਰ ਵੱਖਰੇ ਕਰਤੇ। ਉਹਨਾਂ ਨੂੰ 50 ਨੂੰ ਵੱਖਰੇ ਵਰਗਾਂ 'ਚ ਬਣਾ ਦਿੱਤਾ। ਕਵਰਗ, ਤੁਸੀਂ ਕੱਕੇ ਦੇ ਵਰਗ ਵਾਲੇ 5 ਅੱਖਰ ਦੇਖੋ ਇੱਕੋ ਜਿਹੇ ਹੋਣਗੇ, ਕ ਖ ਗ ਕ ਗ। ਗਲੇ ਦੇ ਅੰਦਰ ਸੰਘ ਦੇ ਵਿੱਚ ਜਿਹੜੀ ਨਾਲ ਲੱਗ ਕੇ ਨਾ ਕ ਖ ਗ ਕ ਗ, ਕੱਕਾ ਖੱਖਾ ਗੱਗਾ ਕੱਗਾ ਨੰਗਾ। ਜਿਹੜਾ ਚੱਚੇ ਦੇ ਚਵਰਗ ਦੇ ਉਹ 5 ਅੱਖਰ ਵੱਖਰੇ ਕਰਤੇ, ਚੱਚਾ ਛੱਛਾ ਜੱਜਾ ਚੱਜਾ ਝੰਝਾ। ਫਿਰ ਟਵਰਗ ਦੇ ਅੱਖਰ ਵੱਖਰੇ ਹੋ ਗਏ, ਟੈਂਕਾ ਠੱਠਾ ਡੱਡਾ ਟੱਡਾ ਨਾਣਾ। ਜਿਹੜਾ ਜੀਭ ਜਿਹੜੀ ਉਹ ਛੁੰਦੀ ਹੈਗੀ ਆ ਤਾਲੂ ਦੇ ਨਾਲ। ਏਦਾਂ ਹੀ ਜੀਭ ਜਿਹੜੀ ਦੰਦਾਂ ਦੇ ਉੱਪਰਲੇ ਹਿੱਸੇ ਨੂੰ ਛੁੰਦੀ ਆ ਉਹ ਤਵਰਗ, ਤੱਤਾ ਥੱਥਾ ਦੱਦਾ ਤੱਦਾ ਨੰਨਾ। ਜਿਹੜੀ ਬੁੱਲ ਨੂੰ ਛੁੰਦੀ ਹੈਗੀ ਆ ਉਹ ਅੱਖਰ 5 ਵੱਖਰੇ ਕਰਤੇ, ਪੱਪਾ ਫੱਫਾ ਬੱਬਾ ਪੱਬਾ ਮਮਾ। ਤੇ ਜਿਹੜਾ ਬਿਲਕੁਲ ਹੀ ਹਵਾ ਨਿਕਲ ਜਾਂਦੀ,
ਬਾਕੀ ਬਚ ਗਏ ਸੱਸਾ ਤੇ ਹਾਹਾ, ਇਹ ਕਿਸੇ ਵਰਗ ਚ ਨਹੀਂ ਸੀ ਆਉਂਦੇ, ਤੇ ਸਵਰ ਸੀ ਊੜਾ ਐੜਾ ਈੜੀ, ਉਹਦੇ ਨਾਲ ਜੋੜ ਕੇ ਸੱਸਾ ਹਾਹਾ ਬਣਾ ਦਿੱਤਾ। ਤੇ ਏਦਾਂ ਉਸ 35 ਅੱਖਰਾਂ ਨੂੰ ਇੱਕ ਖਾਸ ਵਿਸ਼ੇਸ਼ ਰੂਪ ਦੇ ਦਿੱਤਾ, ਸੁਸੱਜਿਤ ਕਰ ਦਿੱਤਾ, ਸੋਹਣਾ ਸ਼ਿੰਗਾਰ ਦੇ ਦਿੱਤਾ ਵੱਖਰੇ ਵੱਖਰੇ ਵਰਗ ਕਰਕੇ। ਤੇ ਇਸ ਕਰਕੇ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹਨਾਂ 35 ਅੱਖਰਾਂ ਨੂੰ ਇੱਕ ਨਵੀਂ ਰੂਪ ਰੇਖਾ ਦੇ ਕੇ ਸਵਾਰ ਦਿੱਤਾ, ਸ਼ਿੰਗਾਰ ਦਿੱਤਾ, ਤੇ ਉੱਥੋਂ ਚੱਲ ਪਿਆ ਵੀ ਇਹ ਤੇ ਗੁਰੂ ਦੇ ਮੁਖਾਂ ਚੋਂ ਨਿਕਲੀ ਹੋਈ ਹੈ ਇਹ ਬੋਲੀ, ਇਸ ਕਰਕੇ ਉੱਥੋਂ ਗੁਰਮੁਖੀ ਨਾਮ ਪੈ ਗਿਆ। 35 ਅੱਖਰ ਪਹਿਲਾਂ ਸੀ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇੱਕ ਤਰਤੀਬ ਦੇ ਦਿੱਤੀ ਉਹਨਾਂ ਅੱਖਰਾਂ ਨੂੰ, ਜਿੱਥੋਂ ਲਿਪੀ ਦਾ ਹੋਰ ਵੀ ਜ਼ਿਆਦਾ ਵਿਕਾਸ ਹੋਣਾ ਸ਼ੁਰੂ ਹੋਇਆ। 35 ਅੱਖਰਾਂ ਤੋਂ ਬਾਅਦ ਹੌਲੀ ਹੌਲੀ ਸਮਾਂ ਆਇਆ, ਅੱਧਕ ਤੇ ਉਸ ਜ਼ਮਾਨੇ 'ਚ ਹੁੰਦੀ ਨਹੀਂ ਸੀ, ਪੂਰੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਅੱਧਕ ਨਹੀਂ ਮਿਲੇਗੀ। ਬਾਅਦ ਵਿੱਚ ਅੱਧਕ ਆਈ, ਬਿੰਦੀ ਦੀ ਬਹੁਤ ਘੱਟ ਵਰਤੋਂ ਸੀ, ਉਹ ਪ੍ਰਚਲਿਤ ਹੋਈ। ਫਿਰ ਸ਼ ਹ ਗ ਜ ਲ ਵ ਉਹ ਅੱਖਰ ਪ੍ਰਚਲਿਤ ਹੋਏ। ਜਿਹੜੇ ਪੈਰੀ ਅੱਖਰ ਲੱਗਦੇ ਸੀਗੇ, ਪੈਰ 'ਚ ਵਾਵਾ, ਪੈਰ 'ਚ ਨੰਨਾ, ਪੈਰ 'ਚ ਚੱਚਾ, ਪੈਰ 'ਚ ਟੈਂਕ, ਅੱਜ ਵੀ ਆਏ ਸੀ ਸ੍ਰਿਸ਼ਟ, ਪੈਰ 'ਚ ਟੈਂਕਾ, ਹੌਲੀ ਹੌਲੀ ਪੈਰ ਵਾਲੇ ਅੱਖਰ ਖਤਮ ਹੋ ਗਏ। ਸ਼ੁੱਧ ਪੰਜਾਬੀ ਜਿਹੜੀ ਹੈ ਉਹ ਪੈਰ 'ਚ ਅੱਖਰ ਵਾਲੀ ਨਹੀਂ। ਪਹਿਲੇ ਹਾਲਾਂਕਿ ਰਾਰਾ ਅਜੇ ਤੱਕ ਸਾਡੀ ਪੰਜਾਬੀ 'ਚ ਪੈਰ 'ਚ ਚੱਲ ਰਿਹਾ ਹੈਗਾ, ਪਰ ਸ਼ੁੱਧ ਪੰਜਾਬੀ ਵਿੱਚ ਰਾਰਾ ਵੀ ਪੈਰ ਵਿੱਚ ਨਹੀਂ ਚਾਹੀਦਾ। ਕਿਰਪਾ ਹਿੰਦੀ ਵਿੱਚ ਪੈਰ 'ਚ ਹੋ ਸਕਦਾ ਰਾਰਾ, ਕਿਰਪਾ ਪੰਜਾਬੀ 'ਚ ਰਾਰਾ ਪੂਰਾ ਆਏਗਾ। ਖੈਰ, ਇਸ ਤਰ੍ਹਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਉਂਕਿ ਉਹਨਾਂ 35 ਅੱਖਰਾਂ ਨੂੰ ਇੱਕ ਨਵੀਂ ਰੂਪ ਰੇਖਾ ਦੇ ਦਿੱਤੀ ਸੀ, ਜਿਸ ਕਰਕੇ ਇਹ ਗੱਲ ਪ੍ਰਚਲਿਤ ਹੋ ਗਈ ਵੀ ਇਹ ਤੇ ਬੋਲੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਲਿਪੀ ਬਣਾਈ ਹੈ ਮਤਲਬ ਉਹਨਾਂ ਨੂੰ ਇੱਕ ਨਵਾਂ ਰੂਪ ਦੇ ਦਿੱਤਾ, ਜਿੱਥੋਂ ਗੁਰਮੁਖੀ ਨਾਮ ਪੈ ਗਿਆ। ਧੰਨਵਾਦ। ਥੈਂਕ ਯੂ। ਧੰਨਵਾਦ ਜੀ ਗਿਆਨੀ ਜੀ, ਇੱਕ ਚੈਟ ਵਿੱਚ ਮੈਸੇਜ ਆਇਆ ਕਿ ਬਈ 52 ਅੱਖਰੀ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ। ਹਾਂਜੀ, 52 ਅੱਖਰੀ ਦਾ ਭਾਵ 52 ਅੱਖਰ ਭਗਤ ਕਬੀਰ ਜੀ ਕਿਉਂਕਿ ਬਨਾਰਸ ਵਿੱਚ ਪੜ੍ਹੇ ਨੇ, ਕਾਂਸ਼ੀ ਬਨਾਰਸ ਦੇ ਵਿੱਚ, ਤੇ ਉੱਥੇ ਸੰਸਕ੍ਰਿਤ ਉਹ ਮੰਨਦੇ ਸੀ ਵੀ ਦੇਵ ਭਾਸ਼ਾ ਹੈ। ਸੰਸਕ੍ਰਿਤ ਜਿਹੜੀ ਹੈ ਉਹ ਦੇਵ ਭਾਸ਼ਾ ਹੈ, ਜਿਹੜੀ ਰੱਬ ਨਾਲ ਗੱਲਾਂ ਕਰਦੀ ਹੈ। ਜਿਵੇਂ ਮੈਂ ਪਹਿਲਾਂ ਵੀ ਵਿਚਾਰ ਕੀਤੀ ਸੀ ਵੀ ਰੱਬ ਦੀ ਤੇ ਬੋਲੀ ਕੇਵਲ ਪ੍ਰੇਮ ਹੈ। ਕਿਸੇ ਨੇ ਕਹਿ ਦਿੱਤਾ ਅਰਬੀ ਹੈ ਰੱਬ ਦੀ ਬੋਲੀ, ਕਿਸੇ ਨੇ ਕਹਿ ਦਿੱਤਾ ਕਿ ਰੱਬ ਦੀ ਬੋਲੀ ਜਿਹੜੀ ਉਹ ਦੇਵ ਨਾਲ ਉਹ ਸੰਸਕ੍ਰਿਤ ਹੈਗੀ ਹੈ। ਭਗਤ ਕਬੀਰ ਜੀ ਨੇ ਉਹ ਸੰਸਕ੍ਰਿਤ ਦੇ 52 ਅੱਖਰਾਂ ਨੂੰ ਜੋੜ ਕੇ ਇੱਕ ਗੱਲ ਕਹਿ ਦਿੱਤੀ ਵੀ 52 ਅੱਖਰ ਮਿਲ ਕੇ ਵੀ ਮੇਰੇ ਰੱਬ ਦਾ ਅੰਤ ਨਹੀਂ ਪਾ ਸਕਦੇ। 52 ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਹੀਂ। ਰੱਬ ਅੱਖਰ ਇਹਨਾਂ ਅੱਖਰਾਂ 'ਚ ਨਹੀਂ ਹੈਗਾ। ਅੱਖਰ ਜਿਹੜਾ ਸ਼ਬਦ ਕਸ਼ੈ ਤੋਂ ਬਣਿਆ ਹੈ, ਸੰਸਕ੍ਰਿਤ ਧਾਤੂ ਕਸ਼ੈ ਮੈਨੇ ਦਾ ਨਾਸ਼ ਹੋਣਾ, ਤੇ ਜਦੋਂ ਅੱਗੇ ਐੜਾ ਲੱਗ ਜੇ ਨਾ ਅਕਸ਼ੈ ਮੈਨੇ ਜਿਹੜਾ ਨਾਸ਼ ਨਾ ਹੋਵੇ, ਅਕਸ਼ੈ ਤੋਂ ਅਕਸ਼ਰ ਬਣਿਆ ਜਿਹੜਾ ਮੁੱਕੇ ਨਾ। ਤੇ ਭਗਤ ਕਬੀਰ ਜੀ ਨੇ 52 ਸੰਸਕ੍ਰਿਤ ਦੇ ਅੱਖਰ ਲੈ ਕੇ ਕਹਿ ਦਿੱਤਾ ਵੀ ਇਹ ਤੇ ਨਾਸ਼ ਹੋ ਜਾਣਗੇ। ਤੁਸੀਂ ਕਹਿੰਦੇ ਵੀ ਇਹ ਰੱਬ ਦੀ ਬੋਲੀ ਹੈਗੀ ਹੈ, ਸੰਸਕ੍ਰਿਤ ਜਿਹੜੀ ਹੈ ਦੇਵ ਭਾਸ਼ਾ ਹੈ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ ਹੈ। ਰੱਬ ਅੱਖਰ ਇੱਕੋ ਹੀ ਹੈ, ਰੱਬ ਜਿਹੜਾ ਕਦੀ ਵੀ ਖਰ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ। ਅਖੀਰ ਤੇ ਜਾ ਕੇ ਨਿਚੋੜ ਦੇ ਦਿੱਤਾ 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਉਸ ਇੱਕ ਅੱਖਰ ਨੂੰ 52 ਅੱਖਰ ਪਛਾਣ ਨਹੀਂ ਸਕੇ। ਤੁਸੀਂ ਕਹਿੰਦੇ ਰੱਬ ਨਾਲ ਗੱਲਾਂ ਹੋ ਜਾਂਦੀਆਂ ਨੇ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ, ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨੁਭਵ ਰਹਿ। ਇਹਨੂੰ ਅਨੁਭਵ ਨਾਲ ਜਾਣਿਆ ਜਾ ਸਕਦਾ, ਅੱਖਰਾਂ 'ਚ ਕੈਦ ਨਹੀਂ ਕੀਤਾ ਜਾ ਸਕਦਾ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਸੀ ਵੀ ਅੱਖਰਾਂ ਨਾਲ ਅਸੀਂ ਸੁੱਖ ਦੁੱਖ ਕਹਿ ਸਕਦੇ ਹਾਂ, ਗਿਆਨ ਪੇਸ਼ ਕਰ ਸਕਦੇ ਹਾਂ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਿਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਰੱਬ ਦੇ ਸਿਰ ਨਹੀਂ ਹੋ ਸਕਦੇ। ਇਸ ਕਰਕੇ 52 ਅੱਖਰੀ ਭਾਵ ਸੰਸਕ੍ਰਿਤ ਦੇ 52 ਅੱਖਰ, ਜਿਹਦੇ ਵਿੱਚ ਭਗਤ ਕਬੀਰ ਜੀ ਨੇ ਬਾਣੀ ਉਚਾਰੀ, ਜਿਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਣੀ ਉਚਾਰੀ 52 ਅੱਖਰੀ। ਉਹਦਾ ਮਤਲਬ ਇਹ ਸੀ ਜਿਵੇਂ 35 ਅੱਖਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਅੱਖਰ ਲੈ ਕੇ ਰੱਬ ਦੀ ਸਿਫਤ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਤੇ ਭਗਤ ਕਬੀਰ ਜੀ ਨੇ ਸੰਸਕ੍ਰਿਤ ਦੇ 52 ਅੱਖਰ ਲੈ ਕੇ ਰੱਬ ਦੀ ਸਿਫਤ ਕੀਤੀ, ਤੇ ਦੁਨੀਆ ਨੂੰ ਇਹ ਦੱਸਿਆ ਵੀ ਅੱਖਰ ਰੱਬ ਦਾ ਅੰਤ ਨਹੀਂ ਪਾ ਸਕਦੇ। ਉਹਦੀ ਸਿਫਤ ਤੇ ਹੋ ਸਕਦੀ ਇਹਨਾਂ ਅੱਖਰਾਂ 'ਚ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਅੱਖਰ ਨਾਸ਼ ਹੋ ਜਾਣਗੇ, ਰੱਬ ਅੱਖਰ ਸਦਾ ਰਹੇਗਾ। ਧੰਨਵਾਦ ਜੀ। ਨੈਕਸਟ ਸਰ ਚਰਨਜੀਤ ਸਿੰਘ ਜੀ। ਪਲੀਜ਼ ਅਨਮਿਊਟ ਕਰ ਲਓ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਤੋਂ 200-250 ਸਾਲ ਪਹਿਲਾਂ, ਔਰ ਉਹ ਪੰਜਾਬੀ ਅੱਖਰਾਂ 'ਚ ਇੰਨੀ ਸੋਹਣੀ ਲਿਖੇ ਜਾਂਦੇ ਨੇ, ਇੰਨੇ ਸੋਹਣੇ ਪੜ੍ਹੇ ਜਾਂਦੇ ਨੇ। ਤੇ ਇਹ ਗੁਰਮੁਖੀ ਅੱਖਰ ਦੇਖ ਕੇ ਕਦੋਂ ਇਹਦਾ ਆਇਆ ਸਮਾਜ ਦੇ ਵਿੱਚ, ਜਿਹੜਾ ਗੁਰਮੁਖੀ ਅੱਖਰਾਂ ਦੀ ਅਸੀਂ ਗੱਲ ਕਰਦੇ ਹਾਂ, ਇਹਦਾ ਕਿਤੇ ਹਿਸਟੋਰੀਕਲ ਰਿਕਾਰਡ ਮਿਲਦਾ ਹੈ?
ਕਿਉਂਕਿ ਪੰਜਾਬੀ ਦਾ 2000 ਸਾਲ ਪੁਰਾਣੀ ਹੈ, ਪੰਜਾਬੀ 2000 ਸਾਲ ਤੋਂ ਪੁਰਾਣੀ ਲੈਂਗੁਏਜ ਆ। ਹਾਂਜੀ ਐਕਚੁਅਲੀ ਨਾ ਹੈ ਪੰਜਾਬੀ ਸ਼ਬਦ ਹੀ ਹੈ, ਪੰਜਾਬੀ ਬੋਲੀ ਹੈ, ਪੰਜਾਬੀ ਬੋਲੀ ਸੀ ਐਕਚੁਅਲੀ। ਪੰਜਾਬੀ ਬੋਲੀ ਨੂੰ ਲਿਖਣ ਵਾਸਤੇ 35 ਲਿਪੀ ਸੀਗੀ, ਲਿਪੀ ਦਾ ਨਾਮ ਸੀ 35। ਜਿਵੇਂ ਉਰਦੂ ਲਿਖਣਾ ਹੋਵੇ ਤੇ ਹਰੂਫ ਤਹਜੀ ਜਿਹੜੀ ਹੈ ਉਹ ਹੈਗੀ ਹੈ, ਜਿਸ ਚ ਅਰਬੀ ਤੇ ਫਾਰਸੀ ਵੀ ਲਿਖੀ ਜਾਂਦੀ ਹੈ। ਇੰਗਲਿਸ਼ ਨੂੰ ਲਿਖਣ ਵਾਸਤੇ ਰੋਮਨ ਲਿਪੀ ਹੈਗੀ ਹੈ। ਉਦਾਂ ਜਿਵੇਂ ਹਿੰਦੀ ਨੂੰ ਲਿਖਣ ਵਾਸਤੇ ਦੇਵਨਾਗਰੀ ਲਿਪੀ ਹੈਗੀ ਹੈ। ਬੋਲੀ ਪੰਜਾਬੀ ਸੀ, ਜਿਹੜੇ ਮੁਸਲਮਾਨ ਵੀ ਬੋਲਦੇ ਸਨ, ਹਿੰਦੂ ਵੀ ਬੋਲਦੇ ਸਨ, ਪੰਜਾਬ ਦੇ ਲੋਕ, ਲਾਹੌਰ ਦੇ ਲੋਕ, ਇੱਥੋਂ ਤੱਕ ਕਿ ਸਿਆਲਕੋਟ ਤੱਕ ਇਹ ਬੋਲੀ ਜਾਂਦੀ ਸੀਗੀ। ਪਰ ਉਸ ਬੋਲੀ ਨੂੰ ਲਿਖਣ ਵਾਸਤੇ ਸ਼ਾਹਮੁਖੀ ਵੀ ਵਰਤੀ ਜਾਂਦੀ ਰਹੀ, ਜਿਹਨੂੰ ਅਸੀਂ ਉਰਦੂ ਕਹਿੰਦੇ ਆ ਨਾ। ਅਸਲ ਚ ਉਰਦੂ ਜਿਹੜੀ ਹੈ ਨਾ, ਇਹ ਪਸ਼ਤੋ ਤੇ ਹਿੰਦਵਾਣੀ ਦਾ ਮਿਕਸ ਨਾਮ ਹੈਗਾ ਉਰਦੂ, ਜਿਹੜੀ ਸ਼ਾਹਮੁਖੀ ਚ ਲਿਖੀ ਜਾਂਦੀ ਹੈ। ਸ਼ਾਹਮੁਖੀ ਚ ਪੰਜਾਬੀ ਸ਼ਾਹਮੁਖੀ ਚ ਵੀ ਲਿਖੀ ਜਾਂਦੀ ਸੀ ਤੇ ਪੰਜਾਬੀ 35 ਚ ਵੀ ਲਿਖੀ ਜਾਂਦੀ ਸੀ। ਲਿਪੀ ਦਾ ਨਾਮ 35 ਹੈ। ਇਹ ਲਿਪੀ ਜਿਹੜੀ ਹੈ ਨਾ, ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਅੱਖਰਾਂ ਨੂੰ ਤਰਤੀਬ ਦੇ ਦਿੱਤੀ, ਬਾਣੀ ਵੀ ਇਹਦੇ ਚ ਲਿਖੀ ਗਈ, ਇਸ 35 ਦਾ ਨਾਮ ਗੁਰਮੁਖੀ ਪ੍ਰਚਲਿਤ ਹੋ ਗਿਆ। ਗੁਰਮੁਖੀ ਲਿਪੀ, ਬੋਲੀ ਨਹੀਂ। ਬੋਲੀ ਪੰਜਾਬੀ ਰਹੇਗੀ, ਬੋਲੀ ਮੈਨੇ ਜਿਹੜਾ ਅਸੀਂ ਬੋਲ ਰਹੇ ਹਾਂ, ਲਿਖਣ ਦੇ ਵਿੱਚ ਆਏਗਾ ਲਿਪੀ, ਜਿੱਥੇ ਲਿਖਿਆ ਜਾਂਦਾ ਹੈਗਾ। ਇਸ ਕਰਕੇ 35 ਜਿਹੜਾ ਉਹ ਲਿਪੀ ਦਾ ਨਾਮ ਹੈ। ਲਿਪੀ ਦਾ ਨਾਮ 35 ਤੋਂ ਗੁਰਮੁਖੀ ਪ੍ਰਚਲਿਤ ਹੋ ਗਿਆ, ਕਿਉਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ 35 ਨੂੰ ਤਰਤੀਬ ਦਿੱਤੀ ਸੀ। ਬਾਣੀ ਵੀ ਕਿਉਂਕਿ ਉਸ 35 ਚ ਲਿਖੀ ਗਈ ਸੀਗੀ, ਸ਼ਾਹਮੁਖੀ ਚ ਨਹੀਂ ਲਿਖੀ, ਸੰਸਕ੍ਰਿਤ ਚ ਨਹੀਂ ਲਿਖੀ, 35 ਚ ਲਿਖੀ ਗਈ ਸੀ। ਤੇ ਗੁਰਬਾਣੀ ਕਿਉਂਕਿ 35 ਚ ਲਿਖੀ ਸੀ ਔਰ ਗੁਰੂ ਨੇ ਇਹਨੂੰ ਤਰਤੀਬ ਦਿੱਤੀ ਸੀ, ਇਸ ਕਰਕੇ ਇਹਦਾ ਨਾਮ ਗੁਰਮੁਖੀ ਲਿਪੀ ਬਣ ਗਿਆ। ਬੋਲੀ ਪੰਜਾਬੀ ਹੈ, ਲਿਪੀ ਗੁਰਮੁਖੀ ਸੀ ਕਹਿ ਸਕਦੇ ਹਾਂ। ਤੇ ਬਾਬਾ ਫਰੀਦ ਜੀ ਦੀ ਪੰਜਾਬੀ ਬਿਲਕੁਲ ਸ਼ੁੱਧ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੋਨੇ, ਬਿਲਕੁਲ ਗੁਰੂ ਨਾਨਕ ਪਾਤਸ਼ਾਹ ਵਾਂਗੂ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਠੇਠ ਪੰਜਾਬੀ। ਬੋਲੀ ਪੰਜਾਬੀ ਹੈ, ਲਿਪੀ 35 ਤੋਂ ਗੁਰਮੁਖੀ ਨਾਮ ਪੈ ਗਿਆ। ਧੰਨਵਾਦ ਜੀ। ਜੀ ਇੱਕ ਵਾਰੀ ਦੁਬਾਰਾ ਡੋਲੀ ਸਿੰਘ ਜੀ ਦਾ ਹੈਂਡ ਰੇਜ਼ ਹੋਇਆ। ਹਾਂਜੀ ਮੁਆਫੀ ਚਾਹੁੰਦੇ ਵੀ ਜੀ, ਬਸ ਇੱਕ ਚੀਜ਼ ਹੋਰ ਕਰਨਾ ਚਾਹੁੰਦੀ ਸੀ। ਗੁਰਮੁਖੀ ਇਸ ਕਰਕੇ ਵੀ ਕਿਉਂਕਿ ਉਹ ਕਾਰਕੀ ਹੋ ਗਈ ਨਾ ਲੈਂਗੁਏਜ, ਨਾਟ ਜਸਟ ਦ ਲਿਪੀ। ਲਿਪੀ ਤੇ ਹੋਈ, ਨਾਲ ਗੁਰਮੁਖੀ ਜੋ ਭਾਸ਼ਾ ਆਈ ਉਹ ਫਿਰ ਕਾਰਕੀ ਵੀ ਤੇ ਹੋ ਗਈ ਨਾ, ਜੋ ਆਮ ਭਾਸ਼ਾ ਦੇ ਵਿੱਚ ਨਹੀਂ ਲਿਖੀ ਜਾਂਦੀ ਸੀ, ਜਿਸ ਤਰ੍ਹਾਂ ਸਿਆਰੀ, ਔਂਕੜ ਜਾਂ ਇਹਨਾਂ ਚੀਜ਼ਾਂ ਨੂੰ, ਕਾਰਕਾਂ ਨੂੰ ਵਰਤ ਕੇ। ਅਸਲ ਤੇ ਗੁਰਮੁਖੀ ਦਾ ਭਾਵ ਗੁਰੂ ਦੇ ਮੁਖ ਤੋਂ ਨਿਕਲੀ ਹੋਈ। 35 ਜਿਹੜੀ ਹੈ ਗੁਰੂ ਦੇ ਮੁਖ ਤੋਂ ਇੱਕ ਤਰਤੀਬ ਨਾਲ ਨਿਕਲ ਆਈ, ਇਸ ਕਰਕੇ ਗੁਰਮੁਖੀ। ਕਾਰਕ ਜਿਹੜੇ ਸੀਗੇ ਉਹ ਕਾਰਕੀ ਪਹਿਲਾਂ ਹੁੰਦੀ ਸੀ ਸੰਯੋਗਾਤਮਕ ਭਾਸ਼ਾ, ਇਹ ਸੰਸਕ੍ਰਿਤ ਵਿੱਚ ਹੁੰਦੀ ਸੀ ਐਕਚੁਅਲੀ। ਵਿਯੋਗਾਤਮਕ ਪੰਜਾਬੀ ਸ਼ੁਰੂ ਤੋਂ ਰਹੀ ਹੈ ਬੋਲੀ, ਤੇ ਲਿਪੀ ਦੇ ਵਿੱਚ ਵੀ ਸ਼ਾਹਮੁਖੀ ਵਿੱਚ ਵੀ ਵਿਯੋਗਾਤਮਕ ਹੀ ਸ਼ਬਦ ਨੇ, ਜਿਹੜੀ ਭਾਵੇਂ 35 ਹੈ ਤੇ ਭਾਵੇਂ ਸ਼ਾਹਮੁਖੀ ਹੈ, ਪਰ ਗੁਰੂ ਦੇ ਮੁਖ ਚੋਂ ਨਿਕਲਣ ਕਰਕੇ ਉਹ 35 ਜਿਹੜੀ ਹੈ ਉਹ ਗੁਰਮੁਖੀ ਬਣ ਗਈ, ਉਹਦਾ ਨਾਮ ਪੈ ਗਿਆ ਗੁਰਮੁਖੀ। ਕਾਰਕ ਤੇ ਸ਼ੁਰੂ ਤੋਂ ਹੀ ਸੀਗੇ ਲਿਪੀ ਦੇ ਵਿੱਚ, ਸ਼ਾਹਮੁਖੀ ਚ ਵੀ ਤੇ 35 ਦੇ ਵਿੱਚ ਵੀ, ਸੰਸਕ੍ਰਿਤ ਵਿੱਚ ਨਹੀਂ ਸੀ ਹੈਗੇ। ਹਾਂਜੀ, ਰਣਜੀਤ ਸਿੰਘ ਜੀ ਅਗਲੀ ਅਨਾਉਂਸਮੈਂਟ।